ਔਰ ਮੈਂ ਇਹ ਹੁਣ ਇਹ ਚੈਲੰਜ ਕਰਦੇ ਆ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਨੂੰ ਕਿ ਤੁਸੀਂ ਨਾ ਦਿਓ ਸਾਨੂੰ ਰਿਜ਼ਰਵੇਸ਼ਨ। ਜੇ ਸਾਡੇ ਸਾਡੇ 'ਚ ਦਮ ਹੋਊਗਾ ਅਸੀਂ ਹਾਸਲ ਕਰ ਲਾਂਗੇ। ਅਸੀਂ 50% ਲੈ ਜਾਾਂਗੇ, ਤੁਸੀਂ 33% ਨਾ ਲੈ ਕੇ ਜਾਓ। ਤਾਂ ਆਪਣੀ ਘਰ ਦੀ ਖੇਤੀਬਾੜੀ ਸੰਭਾਲੀ ਇੱਕ ਮਰਦ ਦੀ ਤਰ੍ਹਾਂ ਹੈ ਨਾ, ਕਿ ਇੱਕ ਔਰਤ ਵੀ ਇੰਨੀ ਸક્ષਮ ਹੋ ਸਕਦੀ ਹੈ। ਤੁਸੀਂ ਖੇਤੀਬਾੜੀ ਸੰਭਾਲੀ, ਫਿਰ ਸਰਪੰਚ ਤੱਕ ਪਹੁੰਚੇ ਤੇ ਹੁਣ ਮਤਲਬ ਉਮੀਦਵਾਰ ਦੇ ਤੌਰ ਤੇ ਇੱਥੋਂ ਖੜੇ ਹੋ। ਇਹ ਸਫ਼ਰ ਕਿਵੇਂ ਦਾ ਰਿਹਾ? ਸਟਾਰਟਿੰਗ ਦੇ ਵਿੱਚ ਬੜੀਆਂ ਸਾਰੀਆਂ ਸਮੱਸਿਆਵਾਂ ਆਈਆਂ। ਮੈਂ ਆਪਣਾ ਰਾਜਨੀਤਿਕ ਕਰੀਅਰ ਜਿਹੜਾ ਆ ਉਹ ਜਨਰਲ ਸੀਟ ਤੋਂ ਸਟਾਰਟ ਕੀਤਾ ਸੀ ਔਰ ਅੱਜ ਤੱਕ ਪਿੱਛੇ ਮੁੜ ਕੇ ਨਹੀਂ ਦੇਖਿਆ। ਪਹਿਲੀ ਵਾਰ ਤੁਸੀਂ ਐਮਐਲਏ ਦੇ ਇਲੈਕਸ਼ਨ ਜਿਹੜੇ ਆ ਉਹ ਲੜ ਰਹੇ ਹੋ। ਜਿਹੜਾ ਕੰਪੀਟੀਸ਼ਨ ਹੈ ਉਹ ਬਹੁਤ ਟਫ ਹੋਣ ਵਾਲਾ ਹੈ। ਕਿਵੇਂ ਮੰਨਦੇ ਹੋ ਇਸ ਨੂੰ? ਕਿਉਂਕਿ ਇੱਕ ਤਰਫ ਵਡਾਲਾ ਸਾਹਿਬ ਨੇ, ਉਧਰੋਂ ਵੀ ਦੂਜੇ ਤਰਫ ਤੋਂ ਵੀ ਵੱਡੇ ਚਿਹਰੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ। ਮੁਕਾਬਲਾ ਜਿਹੜਾ ਨਾ ਉਹ ਲੀਡਰਾਂ ਦਾ ਹੁੰਦਾ। ਮੈਂ ਇੱਕ ਸੇਵਾਦਾਰ ਆ, ਮੈਂ ਇੱਕ ਸਮਾਜ ਸੇਵਕ ਆ। ਉਸੇ ਤੌਰ ਤੇ ਮੈਂ ਪਹਿਲਾਂ ਵਿਚਰਦੀ ਸੀ, ਉਸੇ ਤੌਰ ਤੇ ਹੁਣ ਵਿਚਰਦੀ ਆ। ਮੈਂ 20 ਸਾਲ ਅਕਾਲੀ ਦਲ ਦੇ ਵਿੱਚ ਰਹੀ ਆ। ਪ੍ਰੋਗਰਾਮ ਆਗੇ ਨੇਤਾ ਜੀ ਰਾਹੀਂ ਅੱਜ ਅਸੀਂ ਪਹੁੰਚੇ ਹਾਂ ਹਲਕਾ ਨਕੋਦਰ ਦੇ ਵਿੱਚ, ਜਿੱਥੋਂ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਦੇ ਤੌਰ ਤੇ ਉਤਾਰੇ ਗਏ ਨੇ ਇੰਦਰਜੀਤ ਕੌਰ ਮਾਨ, ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਵਾਰ ਨਾ ਲੇਡੀਜ਼ ਨੂੰ ਬਹੁਤ ਮੌਕਾ ਦਿੱਤਾ ਹੈ ਆਮ ਆਦਮੀ ਪਾਰਟੀ ਨੇ। ਕੀ ਕਹੋਗੇ ਇਸ ਦੇ ਬਾਰੇ? ਬਹੁਤ ਖੁਸ਼ੀ ਹੋਈ ਆ ਕਿ ਪਿਛਲੇ 75 ਸਾਲ ਦੇ ਵਿੱਚ ਤਕਰੀਬਨ 15-20 ਸਾਲ ਤੋਂ ਇਹ ਰੌਲਾ ਸੰਸਦ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਔਰਤਾਂ ਨੂੰ 33% ਰਿਜ਼ਰਵੇਸ਼ਨ ਚਾਹੀਦੀ ਆ। ਔਰ ਮੈਂ ਇਹ ਕਹਿੰਦੀ ਆ ਕਿ 33% ਨਹੀਂ 50% ਚਾਹੀਦੀ ਆ। ਜਦੋਂ ਸਾਡਾ ਵੋਟ ਬੈਂਕ ਜਿਹੜਾ ਉਹ 50% ਆ ਤੇ ਸਾਡੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਵੀ 50% ਹੋਣੀ ਚਾਹੀਦੀ ਆ। ਪਰ ਪੋਲੀਟੀਕਲ ਪਾਰਟੀਆਂ ਜਿਹੜਾ ਉਹ ਸਾਰੀਆਂ ਹੀ ਇੱਕ ਨਹੀਂ, ਕੋਈ ਵੀ ਨਹੀਂ ਚਾਹੁੰਦਾ ਕਿ ਔਰਤਾਂ ਨੂੰ ਅੱਧ ਦਾ ਹਿੱਸਾ ਦਿੱਤਾ ਜਾਵੇ। ਸੋ ਹੁਣ ਆਮ ਆਦਮੀ ਪਾਰਟੀ ਨੇ ਇਹ ਪਹਿਲ ਦੇ ਆਧਾਰ ਤੇ ਕਦਮ ਉਠਾਇਆ ਔਰ ਮੈਂ ਇਹ ਹੁਣ ਇਹ ਚੈਲੰਜ ਕਰਦੇ ਆ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਨੂੰ ਕਿ ਤੁਸੀਂ ਨਾ ਦਿਓ ਸਾਨੂੰ ਰਿਜ਼ਰਵੇਸ਼ਨ। ਜੇ ਸਾਡੇ 'ਚ ਦਮ ਹੋਊਗਾ ਅਸੀਂ ਹਾਸਲ ਕਰ ਲਾਂਗੇ। ਅਸੀਂ 50% ਲੈ ਜਾਾਂਗੇ, ਤੁਸੀਂ 33% ਨਾ ਲੈ ਕੇ ਜਾਓ। ਔਰਤਾਂ ਨੂੰ ਮੁੱਖ ਤੌਰ ਤੇ ਪ੍ਰਮੋਟ ਕਰਾਂਗੇ। ਮੈਂ ਆਪਣੇ ਹਲਕੇ ਦੇ ਵਿੱਚ ਜਿਹੜਾ ਕੰਮ ਵੀ ਕਰੂੰਗੀ ਉਹ ਵੀ ਡਿਵੈਲਪਮੈਂਟ ਦੇ ਨਾਲ ਸਾਰਿਆਂ ਦੇ ਬਿਹਤਰੀ ਦੇ ਨਾਲ ਔਰਤਾਂ ਵਾਸਤੇ ਮੈਂ ਖਾਸ ਕਰਨਾ ਚਾਹੁੰਦੀ ਹਾਂ। ਉਹਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਚਾਹੁੰਦੀ ਹਾਂ। ਕੰਮ ਕਾਜ ਉਹਨਾਂ ਦੇ ਘਰਾਂ ਤੱਕ ਲੈ ਕੇ ਆਉਣਾ ਚਾਹੁੰਦੀ ਹਾਂ। ਮੇਰੀ ਆਪਣੀ ਇਹ ਹੋਏਗੀ ਕਿ ਮੈਂ ਆਪਣੀਆਂ ਬੀਬੀਆਂ ਭੈਣਾਂ ਵਾਸਤੇ ਬਹੁਤ ਕੁਝ ਕਰ ਸਕਾਂ, ਥੋੜਾ ਨਹੀਂ ਬਹੁਤ ਕੁਝ ਕਰ ਸਕਾਂ। ਥੈਂਕ ਯੂ। ਤੁਸੀਂ ਪਹਿਲਾਂ ਤਾਂ ਆਪਣੀ ਘਰ ਦੀ ਖੇਤੀਬਾੜੀ ਸੰਭਾਲੀ ਇੱਕ ਮਰਦ ਦੀ ਤਰ੍ਹਾਂ ਹੈ ਨਾ, ਕਿ ਇੱਕ ਔਰਤ ਵੀ ਇੰਨੀ ਸક્ષਮ ਹੋ ਸਕਦੀ ਹੈ। ਤੁਸੀਂ ਖੇਤੀਬਾੜੀ ਸੰਭਾਲੀ, ਫਿਰ ਸਰਪੰਚ ਤੱਕ ਪਹੁੰਚੇ ਤੇ ਹੁਣ ਮਤਲਬ ਉਮੀਦਵਾਰ ਦੇ ਤੌਰ ਤੇ ਇੱਥੋਂ ਖੜੇ ਹੋ। ਇਹ ਸਫ਼ਰ ਕਿਵੇਂ ਦਾ ਰਿਹਾ? ਬਹੁਤ ਵਧੀਆ। ਸਟਾਰਟਿੰਗ ਦੇ ਵਿੱਚ ਬੜੀਆਂ ਸਾਰੀਆਂ ਸਮੱਸਿਆਵਾਂ ਆਈਆਂ। ਮੈਂ ਆਪਣਾ ਰਾਜਨੀਤਿਕ ਕਰੀਅਰ ਜਿਹੜਾ ਆ ਉਹ ਜਨਰਲ ਸੀਟ ਤੋਂ ਸਟਾਰਟ ਕੀਤਾ ਸੀ ਔਰ ਅੱਜ ਤੱਕ ਪਿੱਛੇ ਮੁੜ ਕੇ ਨਹੀਂ ਦੇਖਿਆ। ਮੈਨੂੰ ਕਦੀ ਮਹਿਸੂਸ ਨਹੀਂ ਹੋਇਆ ਮੈਂ ਔਰਤ ਮਰਦ ਦਾ ਫਰਕ ਜਿਹੜਾ ਉਹ ਵੈਸੇ ਹੀ ਨਿਕਲ ਗਿਆ। ਮੈਨੂੰ ਟ੍ਰੀਟਮੈਂਟ ਵੀ ਸਮਾਜ ਨੇ ਕਦੀ ਇਦਾਂ ਦੀ ਨਹੀਂ ਦਿੱਤੀ ਕਿ ਮੈਨੂੰ ਮਹਿਸੂਸ ਹੋਣ ਦਿੱਤਾ ਹੋਵੇ ਕਿ ਮੈਂ ਇੱਕ ਲੇਡੀ ਦੇ ਤੌਰ ਤੇ ਕੰਮ ਕਰਦੀ। ਹਾਂ, ਲੇਡੀ ਦੇ ਤੌਰ ਤੇ ਮੈਨੂੰ ਮਾਣ ਸਤਿਕਾਰ ਜ਼ਰੂਰ ਵੱਧ ਮਿਲਿਆ ਕਿ ਇੱਕ ਮੈਂ ਔਰਤ ਹੋਣ ਦੇ ਨਾਤੇ ਮੈਂ ਆਪਣੇ ਸਮਾਜ ਦੇ ਵਿੱਚ ਵਿਚਰਦੀ ਹਾਂ, ਕੰਮ ਕਰਦੀ ਹਾਂ, ਆਪਣਾ ਬਿਜ਼ਨਸ ਸੰਭਾਲਦੀ ਹਾਂ। ਉਸੇ ਮਾਣ ਸਤਿਕਾਰ ਦਾ ਸਦਕਾ ਅੱਜ ਸਾਰਾ ਨਕੋਦਰ ਸ਼ਹਿਰ ਮੇਰੇ ਨਾਲ ਖੜਾ ਔਰ ਮੈਨੂੰ ਬਹੁਤ ਅੱਛਾ ਮਹਿਸੂਸ ਹੋ ਰਿਹਾ। ਮੈਨੂੰ ਇਹ ਫਰਕ ਨਹੀਂ ਹੈਗਾ ਕਿ ਕਿੱਥੇ ਜਾਂਦੀ ਕਿੱਥੇ ਆਉਂਦੀ, ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਇੱਕ ਔਰਤ ਦੇ ਤੌਰ ਤੇ ਵਿਚਰਦੀ ਹਾਂ। ਬਸ ਮੈਨੂੰ ਪਿਆਰ ਲੋਕਾਂ ਦਾ ਬਹੁਤ ਮਿਲਦਾ। ਲੋਕਾਂ ਦਾ ਰਿਸਪੌਂਸ ਕਿਵੇਂ ਦਾ ਆ ਰਿਹਾ ਹੈ ਤੁਹਾਨੂੰ ਇਸ ਵਾਰ ਦੀ ਇਲੈਕਸ਼ਨ 'ਚ? 2 ਦਿਨ ਰਹਿ ਗਏ ਨੇ ਬਸ ਹੋਰ। ਮੈਨੂੰ ਨਹੀਂ ਲੱਗਦਾ ਕਿ ਮੈਂ ਇਲੈਕਸ਼ਨ ਲੜ ਰਹੀ ਹਾਂ। ਇਕੱਲਾ ਇਨਸਾਨ ਕੋਈ ਇਲੈਕਸ਼ਨ ਲੜ ਵੀ ਨਹੀਂ ਸਕਦਾ। ਪੂਰਾ ਸ਼ਹਿਰ ਲੜ ਰਿਹਾ, ਪੂਰਾ ਹਲਕਾ ਲੜ ਰਿਹਾ, ਆਪਣੇ ਤੌਰ ਤੇ ਲੜ ਰਿਹਾ ਔਰ ਮੈਨੂੰ ਸਿਰਫ ਲਿਜਾ ਰਹੇ ਆ ਐਜ਼ ਅ ਸ਼ੋ ਪੀਸ। ਮੈਂ ਘੁੰਮ ਜ਼ਰੂਰ ਰਹੀ ਹਾਂ, ਘਰ ਵੀ ਜਾਂਦੀ ਹਾਂ, ਜਿੱਥੇ ਕਿਤੇ ਜਾਣ ਲੈ ਕੇ ਜਾਂਦੀ ਹਾਂ। ਪਰ ਇਲੈਕਸ਼ਨ ਖੁਦ ਪੂਰੀ ਕੰਸਟੀਚੁਐਂਸੀ ਜਿਹੜੀ ਆ ਉਹ ਪੱਬਾਂ ਭਾਰ ਹੋਈ। ਇਲੈਕਸ਼ਨ ਆਪ ਹੀ ਲੜਦੇ ਪਏ ਸਾਰੇ। ਪਹਿਲੀ ਵਾਰ ਤੁਸੀਂ ਐਮਐਲਏ ਦੇ ਇਲੈਕਸ਼ਨ ਜਿਹੜੇ ਆ ਉਹ ਲੜ ਰਹੇ ਹੋ। ਜਿਹੜਾ ਕੰਪੀਟੀਸ਼ਨ ਹੈ ਉਹ ਬਹੁਤ ਟਫ ਹੋਣ ਵਾਲਾ ਹੈ। ਕਿਵੇਂ ਮੰਨਦੇ ਹੋ ਇਸ ਨੂੰ? ਕਿਉਂਕਿ ਇੱਕ ਤਰਫ ਵਡਾਲਾ ਸਾਹਿਬ ਨੇ, ਉਧਰੋਂ ਵੀ ਦੂਜੇ ਤਰਫ ਤੋਂ ਵੀ ਵੱਡੇ ਚਿਹਰੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ। ਮੈਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਕਿਸੇ ਕੰਪੀਟੀਸ਼ਨ 'ਚ। ਕੰਪੀਟੀਸ਼ਨ ਹੋ ਸਕਦਾ ਦੂਸਰੀਆਂ ਦੋਨੋਂ ਪਾਰਟੀਆਂ ਜਿਹੜੀਆਂ ਹਮੇਸ਼ਾ ਤੋਂ ਕੰਪੀਟੀਸ਼ਨ 'ਚ ਨੇ ਉਹਨਾਂ ਦਾ ਕੰਪੀਟੀਸ਼ਨ ਹੋਵੇ। ਮੈਨੂੰ ਨਹੀਂ ਮਹਿਸੂਸ ਹੋ ਰਿਹਾ ਕਿ ਮੇਰਾ ਕਿਸੇ ਨਾਲ ਮੁਕਾਬਲਾ, ਕਿਉਂਕਿ ਮੁਕਾਬਲਾ ਜਿਹੜਾ ਨਾ ਉਹ ਲੀਡਰਾਂ ਦਾ ਹੁੰਦਾ। ਮੈਂ ਇੱਕ ਸੇਵਾਦਾਰ ਆ, ਮੈਂ ਇੱਕ ਸਮਾਜ ਸੇਵਕ ਆ।
ਉਸੇ ਤੌਰ ਤੇ ਮੈਂ ਪਹਿਲਾਂ ਵਿਚਰਦੀ ਸੀ, ਉਸੇ ਤੌਰ ਤੇ ਹੁਣ ਵਿਚਰਦੀ ਹਾਂ। ਸਾਰੀਆਂ ਸਭਾ ਸੁਸਾਇਟੀਆਂ, ਸਾਰੀਆਂ ਹੀ ਜਾਤ ਬਰਾਦਰੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇੱਦਾਂ ਲੱਗਦਾ ਕਿ ਉਹ ਕਿਸੇ NGO ਦੀ ਮੈਂ ਕੋਈ ਪ੍ਰਧਾਨ ਬਣ ਜਾ ਰਹੀ ਹਾਂ ਕਿ ਕੋਈ ਫਰਕ ਹੀ ਨਹੀਂ ਹੈ ਕਾਂਗਰਸੀ ਅਕਾਲੀ ਕਿਸੇ ਪਾਰਟੀ ਦਾ, ਔਰਤ ਮਰਦ, ਕੋਈ ਡਿਪਾਰਟਮੈਂਟ, ਕੋਈ ਮਹਿਕਮੇ, ਕੋਈ ਧਰਮ ਜਾਤ, ਇੱਥੇ ਕੁਝ ਨਹੀਂ ਬਚਿਆ। ਇੱਥੇ ਸਿਰਫ ਲੋਕ ਆਪਣੀ ਲੜਾਈ ਆਪ ਲੜ ਰਹੇ ਜੀ। ਲੋਕਾਂ ਦੇ ਵਿੱਚ ਕਿਵੇਂ ਵਿਚਰ ਰਹੇ ਹੋ? ਜਿਹੜੇ ਆਪਣੇ ਕੰਮ ਕੀਤੇ ਹੋਏ ਤੁਸੀਂ ਇੰਨੀ ਦੇਰ ਦੇ ਜਿਹੜੇ ਆ ਵੀ ਸਮਾਜ ਸੇਵਾ ਦੇ ਵੀ ਕਾਫੀ ਕੰਮ ਕੀਤੇ ਨੇ, ਉਹਨਾਂ ਦੇ ਬਿਹਾਵ ਤੇ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਜਾਂ ਫਿਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਸੋਚ ਦੇ ਨਾਲ ਵਿਚਰ ਰਹੇ ਹੋ? ਸਾਰੀਆਂ ਚੀਜ਼ਾਂ ਨਾਲ ਦੀ ਨਾਲ ਕਾਊਂਟ ਹੁੰਦੀਆਂ। ਲੋਕ ਮੈਨੂੰ ਮੇਰੇ ਕੰਮਕਾਰ ਤੋਂ ਜਾਣਦੇ ਆ। ਮੇਰਾ ਸਮਾਜ ਦੇ ਵਿੱਚ ਰੁਤਬਾ ਜਿਹੜਾ ਆ ਉਹ ਮੇਰੀ ਸੋਸ਼ਲ ਸਰਵਿਸ ਦੇ ਤੌਰ ਤੇ, ਜਾਂ ਕਹਿ ਲਓ ਕਿ ਮੈਂ ਆਪਣੇ ਕੰਮਕਾਰ ਦੇ ਤੌਰ ਤੇ ਵੀ ਜਿਵੇਂ ਵਿਚਰਦੀ ਰਹੀ ਆ, ਉਹਦੇ ਤੋਂ ਜਾਣਦੇ ਨੇ। ਸ਼ਹਿਰ ਮੈਨੂੰ ਸਾਰਾ ਜਾਣੂ ਆ, ਕੰਸਟੀਚੁਐਂਸੀ ਮੈਨੂੰ ਜਾਣੂ ਆ, ਔਰ ਨੀਤੀਆਂ ਅਸੀਂ ਆਮ ਆਦਮੀ ਪਾਰਟੀ ਦੀਆਂ ਅੱਗੇ ਲੈ ਕੇ ਆਏ ਆ। ਏਜੰਡੇ ਉਹਨਾਂ ਦੇ ਮੈਂ ਲੋਕਾਂ ਤੱਕ ਪਹੁੰਚਾ ਰਹੀ ਹਾਂ ਕਿ ਅਸੀਂ ਇਹ ਕਰਾਂਗੇ, ਔਰ ਉਹ ਏਜੰਡੇ ਜਿਹੜੇ ਨੇ ਉਹ ਐਸੇ ਨੇ ਕਿ ਭਾਈਚਾਰਕ ਸਾਂਝ ਦਾ ਇੱਕ ਬਹੁਤ ਵਧੀਆ ਨਮੂਨਾ ਪੇਸ਼ ਹੋਊਗਾ ਇਸ ਇਲੈਕਸ਼ਨ ਦੇ ਵਿੱਚ। ਅੱਛਾ ਜੀ। ਰਿਸਪੌਂਸ ਜਿਵੇਂ ਕਿ ਇਹ ਲੋਕ ਹੈ ਇਹ ਤੁਹਾਨੂੰ ਰਿਸਪੌਂਸ ਦਿੰਦੇ ਨੇ ਤੇ ਆਪਣੀਆਂ ਤਕਲੀਫਾਂ ਵੀ ਆ ਕੇ ਦੱਸਦੇ ਨੇ? ਬਹੁਤ ਜ਼ਿਆਦਾ ਇੰਨੀਆਂ ਤਕਲੀਫਾਂ ਨੇ ਨਾ। ਇਲੈਕਸ਼ਨਾਂ ਤਾਂ ਮੈਂ ਪਹਿਲਾਂ ਵੀ ਲੜੀਆਂ। ਮੈਂ 20 ਸਾਲ ਅਕਾਲੀ ਦਲ ਦੇ ਵਿੱਚ ਰਹੀ ਆ, ਔਰ ਬਹੁਤੀ ਸਰਗਰਮੀ ਦੇ ਨਾਲ ਮੈਂ ਇੱਕੋ ਇਲੈਕਸ਼ਨ ਲੜੀ ਸੀ। ਉਸ ਦੌਰਾਨ ਜੋ ਕੁਝ ਮੈਂ ਦੇਖਦੀ ਸੀ ਹਾਲਾਤ, ਮੈਨੂੰ ਉਹਦੇ ਤੋਂ ਕੁਝ ਵੀ ਬਿਹਤਰ ਨਜ਼ਰ ਨਹੀਂ ਆਇਆ। ਜਿਹੜਾ ਗਰੀਬ ਤਬਕਾ ਆ, ਜਿਵੇਂ ਅਸੀਂ ਅੱਜ ਮੁਹੱਲੇ ਦੇ ਵਿੱਚ ਘੁੰਮਦੇ ਆ, ਇਹੋ ਜਿਹੇ 6-7 ਮੁਹੱਲੇ ਸਾਡੇ ਨਕੋਦਰ ਦੇ ਵਿੱਚ ਹੈ ਨੇ ਜਿਨ੍ਹਾਂ ਨੂੰ ਮੈਂ ਡੋਰ ਟੂ ਡੋਰ ਦੇਖਿਆ ਹੋਇਆ। ਹਾਲਾਤ ਇੰਨੇ ਜ਼ਿਆਦਾ ਮਾੜੇ ਆ ਕਿ ਮਤਲਬ ਕਈ ਵਾਰੀ ਜਾ ਕੇ ਤੁਸੀਂ ਕੁਝ ਖਾ ਨਹੀਂ ਸਕਦੇ, ਤੁਹਾਨੂੰ ਨੀਂਦ ਨਹੀਂ ਆਉਂਦੀ। ਹਾਲਾਤ ਇੰਨੇ ਮਾੜੇ ਆ ਕਿ ਇਹ ਗੁਜ਼ਰ ਬਸਰ ਕਿਵੇਂ ਹੋ ਰਿਹਾ, ਪਰ ਕਿਸੇ ਨੇ ਵੀ ਉਹ ਹਾਲਾਤ ਸੁਧਾਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਆਪਣੇ ਤਾਂ ਰੁਜ਼ਗਾਰ ਖਤਮ ਹੋ ਗਏ, ਕਰੋਨਾ ਨੇ ਹੋਰ ਕੰਮ, ਵਪਾਰ ਖਤਮ ਹੋ ਗਏ, ਰੁਜ਼ਗਾਰ ਖਤਮ ਹੋ ਗਏ, ਨਵੇਂ ਰੁਜ਼ਗਾਰ ਪੈਦਾ ਨਹੀਂ ਹੋਏ, ਔਰਤਾਂ ਵਾਸਤੇ ਕੰਮ ਕੋਈ ਨਹੀਂ, ਸਰਕਾਰ ਵੱਲੋਂ ਸਹੂਲਤ ਕੋਈ ਨਹੀਂ। ਤੁਸੀਂ ਸੋਚੋ ਕਿ ਇਨਸਾਨ ਕਿੱਦਾਂ ਜੀਂਦੇ ਆ। ਬਹੁਤ ਮਾੜਾ ਹਾਲ ਆ। ਬਸ ਮੈਨੂੰ ਇੱਕ ਆਮ ਆਦਮੀ ਪਾਰਟੀ ਦਾ ਤੁਸੀਂ ਪੱਲਾ ਫੜਿਆ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ, ਕਾਰਨ ਕੀ ਸੀ? ਕਾਰਨ ਬਸ ਇਹੀ ਜਿਹੜਾ ਮੈਂ ਤੁਹਾਨੂੰ ਹੁਣ ਦੱਸ ਰਹੀ ਹਾਂ ਕਿ ਕੋਈ ਬਿਹਤਰ ਕੰਮ ਨਹੀਂ। ਮੈਂ ਲੀਡਰਸ਼ਿਪ ਲਈ ਨਹੀਂ ਆਈ ਸੀ। ਮੈਂ ਪਾਰਟੀ ਜੁਆਇਨ ਕੀਤੀ ਸੀ ਆਮ ਲੋਕਾਂ ਦੇ ਦੁੱਖ ਦਰਦ ਸਮਝਣ ਵਾਸਤੇ, ਉਹਨਾਂ ਦੀਆਂ ਤਕਲੀਫਾਂ ਦੂਰ ਕਰਨ ਵਾਸਤੇ, ਆਪਣੀ ਸੁਸਾਇਟੀ ਵਾਸਤੇ, ਆਪਣੇ ਸਮਾਜ ਵਾਸਤੇ ਕੁਝ ਕਰਨ ਲਈ। ਪਰ ਉਹ ਮੈਨੂੰ ਕਦੀ ਨਜ਼ਰ ਹੀ ਨਹੀਂ ਆਇਆ। 5 ਸਾਲ ਬਾਅਦ ਇਲੈਕਸ਼ਨ ਜਿਹੜੀ ਉਹ ਲੜਨ ਤੁਰ ਪੈਂਦੇ ਆ, ਵੋਟਾਂ ਲਈਆਂ, ਗੱਲ ਖਤਮ। ਹਾਲਾਤ ਸ਼ਹਿਰ ਦੇ ਬਦ ਤੋਂ ਬਦਤਰ, ਹਲਕਿਆਂ ਦੇ, ਪਿੰਡਾਂ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਸਾਰੇ ਪਿੰਡ ਅੱਗੋਂ ਬਹੁਤ ਸੋਹਣੇ ਬਣਾਏ ਹੋਏ ਆ, ਟਾਈਲਾਂ ਲਾਈਆਂ, ਬੜਾ ਕੁਝ ਹੋਇਆ। ਔਰ ਜਦੋਂ ਅਸੀਂ ਮੁਹੱਲਿਆਂ 'ਚ ਜਾਂਦੇ ਆ ਪਿੰਡਾਂ ਦੇ, ਉੱਥੇ ਹਾਲਾਤ ਜਿਹੜੇ ਨਾ ਉਹ ਮਤਲਬ ਮੈਨੂੰ ਨਹੀਂ ਲੱਗਦਾ ਕਿ ਉੱਥੇ ਕਿਸੇ ਨੇ ਕੋਈ ਧਿਆਨ ਦਿੱਤਾ, ਨਾ ਕੋਈ ਗਲੀਆਂ, ਨਾ ਕੋਈ ਨਾਲੀਆਂ, ਨਾ ਕਿਸੇ ਗਰੀਬ ਗੁਰਬੇ ਵੱਲ ਕੋਈ ਧਿਆਨ ਦਿੱਤਾ ਜਾਂਦਾ। ਬਸ ਇੱਕ ਕਿਸਮ ਦਾ ਸਿਰਫ ਡਰਾਮਾ ਬਣ ਕੇ ਰਹਿ ਗਿਆ ਜਿਹੜੀ ਸਿਆਸਤ ਆ। 5 ਸਾਲ ਨੂੰ ਢੋਲ ਢਮੱਕਾ ਕਰ ਲਓ, ਵਾਪਸ 5 ਸਾਲ ਬਾਅਦ ਫੇਰ ਕਰ ਲਓ। ਪਰ ਹੁਣ ਸਮਾਜ ਜਾਗ ਗਿਆ, ਹਰ ਤਬਕਾ ਜਾਗ ਗਿਆ। ਅਮੀਰਾਂ ਦੀਆਂ ਵੀ ਉਹੀ ਸਮੱਸਿਆਵਾਂ ਨੇ, ਉਹਨਾਂ ਨੂੰ ਵੀ ਕੋਈ ਨਹੀਂ ਪੁੱਛਦਾ, ਉਹਨਾਂ ਦੇ ਵੀ ਕਾਰੋਬਾਰ ਠੱਪ ਹੋ ਕੇ ਰਹਿ ਗਏ। ਗਰੀਬ ਦੀ ਵੀ ਉਹੀ ਸਮੱਸਿਆ ਆ, ਕੋਈ ਨਹੀਂ ਪੁੱਛਦਾ ਕਿ ਤੇਰੇ ਘਰ ਖਾਣ ਲਈ ਕੁਝ ਹੈ ਕਿ ਨਹੀਂ ਹੈ। ਕੋਈ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਨਾ ਕੋਈ ਮੈਡੀਕਲ ਸਹੂਲਤ, ਨਾ ਕੋਈ ਐਜੂਕੇਸ਼ਨ ਦੀ ਸਹੂਲਤ, ਨਾ ਕੋਈ ਸੋਸ਼ਲ ਸਿਕਿਉਰਿਟੀ। ਮਤਲਬ ਕੋਈ ਬਿਜਲੀ ਦੇ ਮੀਟਰ ਲਾਏ ਹੋਏ ਨੇ ਜੀ, ਇੱਕ ਬਲਬ ਵਾਲੇ ਲੋਕਾਂ ਦੇ ਬਿੱਲ ਇੱਥੇ 15-15 20-20 ਹਜ਼ਾਰ ਦੇ ਤੁਰੇ ਫਿਰਦੇ ਨੇ। ਇੱਕ ਬਲਬ ਦਾ ਤੁਸੀਂ ਮੀਟਰ ਲਾਉਂਦੇ ਹੋ, ਬਿੱਲ ਤੁਸੀਂ 25-30 ਹਜ਼ਾਰ ਭੇਜਦੇ ਹੋ। ਇਹ ਕਿਹੜਾ ਕਾਨੂੰਨ ਹੋਇਆ? ਤੁਸੀਂ ਇੱਕ ਬਲਬ ਦਾ ਮੀਟਰ ਲਾਇਆ ਹੀ ਕਿਉਂ? ਜੇ ਤੁਸੀਂ ਇੱਕ ਬਲਬ ਦਾ ਲਾਇਆ ਤਾਂ ਉਹਦਾ ਬਿੱਲ ਵੀ ਉਹੀ ਦਿਓ। ਪਹਿਲੀ ਗੱਲ ਤਾਂ ਉਹਦਾ ਬਿੱਲ ਬਣਦਾ ਹੀ ਨਹੀਂ, ਜ਼ੀਰੋ ਆਉਣਾ ਚਾਹੀਦਾ। ਜ਼ੀਰੋ ਦੀ ਬਜਾਏ ਉਹ 25-30 ਹਜ਼ਾਰ ਲੋਕਾਂ ਦੇ ਬਿੱਲ ਖੜੇ ਨੇ। ਮਤਲਬ ਸਮਾਜ ਦਾ ਗਲ ਘੁੱਟਿਆ ਹੋਇਆ, ਨਾ ਉਹ ਜੀਣ ਜੋਗੇ ਨਾ ਉਹ ਮਰਨ ਜੋਗੇ, ਇਹੋ ਜਿਹੇ ਹਾਲਾਤ ਪੈਦਾ ਹੋਏ। ਇੰਦਰਜੀਤ ਜੀ, ਅਸੀਂ ਇੱਥੇ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਤੇ ਉਹਨਾਂ ਦੀ ਵੀ ਰਾਏ ਜਾਣ ਲੈਂਦੇ ਆ। ਕੀ ਤੁਹਾਨੂੰ ਮੌਜੂਦਾ MLA ਤੋਂ ਕੋਈ ਸਹੂਲਤ ਪ੍ਰਾਪਤ ਨਹੀਂ ਹੋਈ? ਸਾਨੂੰ ਤਾਂ ਅਜੇ ਤੱਕ ਕੋਈ ਨਹੀਂ ਹੋਈ ਸਹੂਲਤ। ਹਾਂਜੀ, ਤਾਂ ਇਦਾਂ ਹੀ ਆ, ਬਸ ਆ ਜਾਂਦੇ। ਸਹੀ ਗੱਲ ਹੈ, ਉਹਨਾਂ ਦੀ ਕਹਿਣ ਦੀ ਗੱਲ ਹੈ ਵੀ ਆ ਜਾਂਦੇ, ਲੈ ਜਾਂਦੇ ਪੁੱਟ, ਠੀਕ ਠਾਕ ਹੈ। ਬਹੁਤ ਜ਼ਿੰਮੇਵਾਰ ਲੋਕ ਆਏ ਇੱਥੇ, ਤੇ ਨਗੀਨਾ ਫੋੜ ਵਾਲੇ, ਚਾਲ ਹੋਣੀ ਆਏ। 1100 ਵੋਲਟ ਦੀਆਂ ਸਾਡੇ ਤਾਰਾਂ ਸੀਗੀਆਂ ਉੱਪਰ, ਨਾ ਚਾਲ ਨੇ ਚਕਾਈਆਂ, ਨਾ 17.5 ਸਾਲ ਚ ਸਮਰੇ ਨੇ ਚਕਾਈਆਂ। ਇਹ ਸਾਡੇ ਸੌਂਦੀ ਸਾਹਿਬ ਨੇ ਚਕਾਈਆਂ। ਭਵਾਂ ਨੇ ਕੋਲੋਂ ਪੈਸਾ ਲਾਇਆ ਜਾਂ ਕੁਛ ਵੀ ਕੀਤਾ, ਉਹਨੇ ਆਪਣੇ ਕੋਲੋਂ ਪੈਸਾ ਲਾ ਕੇ ਸਾਡੀ ਸਹੂਲਤ। ਜੇ ਸਾਡੇ ਕੋਲ ਪੈਸੇ ਸੀ ਉਹ ਘਰ ਬਣਾਉਣ ਨੂੰ, ਮੁੜ ਕੇ ਘਰ ਵਾਲੀ ਮਿਸਰੀ ਬਿਮਾਰ ਹੋ ਗਈ, ਉਹ ਪੈਸੇ ਮੁੱਕ ਗਏ, ਘਰ ਇਲਾਜ ਤੇ ਲੱਗ ਗਏ।
ਵਿੱਚ ਅੱਧ ਚ ਪਿਆ ਵਾ, ਲੈਂਟਰ ਅੱਧ ਚ ਪਿਆ ਸਾਡਾ, ਕਰਜ਼ਾ ਚੱਕ ਕੇ ਕੰਧਾਂ ਕੀਤੀਆਂ, ਹਜੇ ਕਰਜ਼ਾ ਹੋਰ ਚੱਕਣਾ। ਜੋ ਇਹ ਬੀਬੀ ਨੇ ਕਿਹਾ ਉਹ ਸੱਚ, ਉਹਨਾਂ ਨੇ ਕੁਝ ਨਹੀਂ ਬਣਾਇਆ। ਲਟੇਰੇ ਆਏ, ਲਟੇਰੇ ਲੁੱਟ ਕੇ ਚਲ ਗਏ ਬਸ। ਲੁੱਟ ਕੇ ਲੈ ਜਾਂਦੇ। ਹਾਂ 5 ਸਾਲਾਂ ਬਾਅਦ ਆ ਜਾਂਦੇ ਲਟੇਰੇ, ਲੁੱਟ ਕੇ ਲੈ ਜਾਂਦੇ। ਹੁਣ ਆ ਮਾਤਾ ਇੰਨੀ ਕੁੱਡੀਆਂ ਦੇ ਵਿੱਚ ਅਸੀਂ ਬੈਠੇ ਆ। ਗੱਲ ਸੁਣੋ, ਆ ਮਾਤਾ ਦਾ ਇਲਾਜ ਹੋਣਾ, ਇੱਕ ਆਪਰੇਸ਼ਨ ਹੋਣਾ ਇਹਦਾ ਮਾਤਾ ਦਾ ਪਥਰੀ ਦਾ। ਅਸੀਂ ਗਰੀਬ ਬੰਦੇ ਇਲਾਜ ਨਹੀਂ ਕਰਾ ਸਕਦੇ। ਹੋਇਆ ਹੀ ਆ, ਕਰਾ ਕੇ ਆਏ ਆ। ਜੋ ਬੀਬੀ ਨੇ ਕਿਹਾ ਕੁਝ ਨਹੀਂ ਕਰਦੇ। ਐਦਾਂ ਹੀ ਕਰਜ਼ਾ ਚੱਕ ਕੇ ਕਿੱਥੋਂ ਲਾਵਾਂਗੇ ਕਿੱਥੋਂ? ਅਸੀਂ ਝੱਕ ਤੇ ਲਾਵਾਂਗੇ ਕਿੱਥੋਂ? ਅੱਛਾ, ਇੱਥੇ ਲੋਕਾਂ ਦੀਆਂ ਵੀ ਤਕਲੀਫਾਂ ਸੀ ਨਾਲ ਦੀ ਨਾਲ ਸੁਣਾਂ। ਨਹੀਂ ਪੈਕ ਜਦ ਵੋਟਾਂ ਸ਼ਹਿਰ ਦੀਆਂ ਹੈਗੀਆਂ ਤੇ ਕੀ ਆ ਪਲਾਟ ਨਹੀਂ ਇੱਥੇ ਮਿਲ ਸਕਦੇ। ਇੱਥੇ ਕੀ ਆ ਵੋਟ ਹਨ ਜੀ ਮੰਡੇ ਜਾ ਪਿੰਡਾਂ ਕਲੋਨੀਆਂ ਘੱਟ ਹੁੰਦੀਆਂ। ਕੀ ਆ ਸ਼ਹਿਰ ਦੀ ਜ਼ਮੀਨ ਹਨ ਜੀ, ਸ਼ਹਿਰ 'ਚ ਕੋਈ ਥਾਂ ਨਹੀਂਗਾ। ਅਸੀਂ ਕਿਰਾਏ ਤੇ ਬੈਠੇ ਆ। ਅੱਛਾ, ਇੱਥੇ ਅਸੀਂ ਲੋਕਾਂ ਦੀਆਂ ਵੀ ਤਕਲੀਫਾਂ ਸੁਣ ਰਹੇ ਆ, ਪਰ ਇੱਕ ਮੈਂ ਸਵਾਲ ਤੁਹਾਡੇ ਤੋਂ ਲੈਣਾ ਚਾਹੂੰਗੀ ਕਿ ਜੇ ਤੁਸੀਂ ਐਮਐਲਏ ਬਣਦੇ ਹੋ, ਤੁਸੀਂ ਸਭ ਤੋਂ ਪਹਿਲਾਂ ਆਪਣੇ ਹਲਕੇ ਦੇ ਲਈ ਕੀ ਕਰੋਗੇ, ਤੇ ਜਾਂ ਉਸ ਤੋਂ ਬਾਅਦ ਤੁਸੀਂ ਇੱਕ ਖੇਤੀਬਾੜੀ ਵੀ ਕਰਦੇ ਰਹੇ ਹੋ, ਤੇ ਆਪਣੀ ਸਰਕਾਰ ਨੂੰ ਤੁਸੀਂ ਜਿੰਨੇ ਵੀ ਹੋਣਗੇ, ਜੋ ਵੀ ਸਰਕਾਰ ਦੇ ਵਿੱਚ ਹੋਏਗਾ, ਜੇਕਰ ਬਣਦੀ ਹੈ ਸਰਕਾਰ, ਤੁਹਾਨੂੰ ਕੀ ਸਲਾਹ ਦਵੋਗੇ ਖੇਤੀ ਦੇ ਬਾਰੇ? ਖੇਤੀਬਾੜੀ ਦੀ ਗੱਲ ਜਿਹੜੀ ਆ ਉਹਦੀ ਇੱਕ ਪਲੈਨਿੰਗ ਰੋਡ ਮੈਪ ਤਿਆਰ ਕਰ ਲਿਆ ਹੋਇਆ ਪਾਰਟੀ ਨੇ, ਉਹਦੇ ਮੁਤਾਬਕ ਅਸੀਂ ਚੱਲਾਂਗੇ। ਤੇ ਜਿਹੜਾ ਮੇਰਾ ਪ੍ਰਾਇੋਰਟੀ ਦੇ ਕੰਮ ਹੋਣਗੇ, ਉਹ ਸਭ ਤੋਂ ਪਹਿਲਾਂ ਸਿਹਤ ਦਾ ਢਾਂਚਾ, ਉਹਨੂੰ ਬਹੁਤ ਬਿਹਤਰ ਕਰਨ ਦੀ ਜ਼ਰੂਰਤ ਹੈ। ਸਭ ਤੋਂ ਵੱਡੀ ਮਾਰ ਜਿਹੜੀ ਆ ਮਿਡਲ ਕਲਾਸ ਤੋਂ ਲੈ ਕੇ ਗਰੀਬ ਤਬਕੇ ਤੱਕ ਸਭ ਨੂੰ ਸਭ ਤੋਂ ਵੱਡੀ ਮਾਰ ਜਿਹੜੀ ਆ ਉਹ ਇਲਾਜ ਤੇ ਪੈਂਦੀ ਆ। ਇਲਾਜ ਦੁੱਖੋਂ ਲੋਕ ਕੀਮਤੀ ਜਾਨਾਂ ਸਾਡੇ ਇੱਥੇ ਜਾ ਰਹੀਆਂ। ਘਰਾਂ 'ਚ ਪਏ ਬਜ਼ੁਰਗ ਦੇਖ ਕੇ ਆਈ ਹਾਂ ਮੈਂ, ਘਰਾਂ 'ਚ ਪਏ ਮਰੀਜ਼ ਦੇਖ ਕੇ ਆਈ ਹਾਂ, ਜਿਨ੍ਹਾਂ ਨੂੰ ਬਹੁਤ ਮੈਡੀਕਲ ਸਹੂਲਤ ਦੀ ਜ਼ਰੂਰਤ ਆ, ਉਹ ਹਸਪਤਾਲ 'ਚ ਹੋਣੇ ਚਾਹੀਦੇ ਆ, ਉਹ ਘਰਾਂ 'ਚ ਪਏ ਤੜਫਦੇ ਆ। ਸਭ ਤੋਂ ਪਹਿਲਾਂ ਮੈਡੀਕਲ ਸਹੂਲਤ ਦੀ ਜ਼ਰੂਰਤ ਹੈ ਕਿ ਉਹਨੂੰ ਬਿਹਤਰ ਕੀਤਾ ਜਾਵੇ। ਐਜੂਕੇਸ਼ਨ ਦਾ ਢਾਂਚਾ ਜਿਹੜਾ ਉਹ ਬਿਹਤਰ। ਮੈਂ ਸਭ ਤੋਂ ਪਹਿਲਾਂ 2 ਚੀਜ਼ਾਂ ਤੇ ਕਨਸੈਂਟਰੇਟ ਕਰੂੰਗੀ। ਨਾਲ ਦੀ ਨਾਲ ਇਹਨਾਂ ਦੇ ਰਹਿਣ ਸਹਿਣ ਦਾ ਜੀਵਨ ਪੱਧਰ ਉੱਚਾ ਕਰਨ ਵਾਸਤੇ ਉਹ ਕਰਾਂਗੇ। ਸ਼ਹਿਰ ਦੇ ਲੋਕ ਵਪਾਰ ਤੋਂ ਪਰੇਸ਼ਾਨ ਨੇ, ਉਹਨਾਂ ਦੇ ਵਪਾਰ ਨੂੰ ਵਾਧਾ ਦੇਣਾ ਆ। ਸੜਕਾਂ ਤੁਸੀਂ ਹੁਣ ਦੇਖ ਕੇ ਜਾਓਗੇ, ਨਕੋਦਰ ਨਰਕ ਵਰਗੀ ਜ਼ਿੰਦਗੀ ਜੀ ਰਿਹਾ। ਕੋਈ ਖੇਡ ਸਟੇਡੀਅਮ ਨਹੀਂ, ਕੋਈ ਚੰਗਾ ਹਸਪੀਟਲ ਨਹੀਂ, ਕੋਈ ਡਿਵੈਲਪਮੈਂਟ ਨਹੀਂ, ਕਿਸੇ ਵੱਲ ਕੋਈ ਧਿਆਨ ਨਹੀਂ। ਸ਼ਹਿਰ ਦੇ ਵਿੱਚ ਛੋਟੀਆਂ-ਛੋਟੀਆਂ ਇੰਡਸਟਰੀਆਂ ਆਪਣੇ ਆਪ 'ਚ ਚੱਲਦੀਆਂ, ਕਿਸੇ ਦੀ ਕੋਈ ਪ੍ਰਮੋਸ਼ਨ ਨਹੀਂ। ਮੈਨੂੰ ਨਹੀਂ ਪਤਾ ਕਿ ਮੇਰੇ ਸ਼ਹਿਰ ਦੇ ਵਿੱਚ ਕਿੱਥੇ ਕਿਹੜੀ ਇੰਡਸਟਰੀ ਚੱਲਦੀ ਆ। ਜੇ ਅਸੀਂ ਉਹਨੂੰ ਵਧਾਵਾਂਗੇ ਤਾਂ ਰੋਜ਼ਗਾਰ ਦੇਵਾਂਗੇ ਨਾ, ਪਰ ਉਹਨਾਂ ਨੂੰ ਵਧਾਉਣ ਦੇ ਕੋਈ ਮੌਕੇ ਨਹੀਂ ਹੈਗੇ, ਕਿਉਂਕਿ ਚੰਗੀਆਂ ਸੜਕਾਂ ਨਹੀਂ ਲੱਗਦੀਆਂ। ਸ਼ਹਿਰ ਦੇ ਹਾਲਾਤ ਬਦਤਰ ਨੇ। ਬੱਸ ਸਟੈਂਡ ਸਾਡਾ ਉਹ ਮਤਲਬ ਕੂੜੇ ਦਾ ਢੇਰ ਬਣਿਆ ਪਿਆ, ਉੱਥੇ ਕੋਈ ਬੱਸ ਅੱਡੇ 'ਚ ਕੌਣ ਉਤਰੇਗਾ? ਅੱਛਾ ਬੱਸ ਸਟੈਂਡ ਵਧੀਆ ਹੋਵੇ ਤਾਂ ਬਿਜ਼ਨਸ ਚੱਲਦਾ, ਲੋਕ ਆਉਣ ਆਪਣਾ ਉਤਰਨ, ਆਪਣੇ ਸ਼ਹਿਰ 'ਚ ਜਾਣਾ, ਸ਼ਹਿਰ 'ਚ ਵੜਨਾ ਹੀ ਮੁਹਾਲ ਆ। ਇਸ ਕਰਕੇ ਬੜੇ ਕੰਮ ਨੇ ਜੀ ਕਰਨ ਵਾਲੇ, ਬੜੀ ਲੰਬੀ ਲਿਸਟ ਆ ਤੇ 1 ਬਾਈ 1 ਆਪਾਂ ਸਟਾਰਟ ਕਰਾਂਗੇ। ਅੱਛਾ, ਮੇਰਾ ਆਖਰੀ ਸਵਾਲ ਹੈ, ਇੱਥੋਂ ਜਿਹੜੇ ਬਾਕੀ ਤੁਹਾਡੇ ਕੰਪੀਟੀਸ਼ਨ ਦੇ ਵਿੱਚ ਨੇ ਉਮੀਦਵਾਰ ਨੇ, ਇੱਕ ਖੁਦ ਡਾਕਟਰ ਨੇ ਜਿਨ੍ਹਾਂ ਨੇ ਕਰੋਨਾ ਕਾਲ ਦੇ ਵਿੱਚ ਕਾਫੀ ਲੋਕਾਂ ਦੀ ਮਦਦ ਕੀਤੀ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਸਿਟਿੰਗ ਐਮਐਲਏ ਹੈ। ਕੰਪੀਟੀਸ਼ਨ ਕਿਸ ਦੇ ਨਾਲ ਆਪਣਾ ਮੰਨਦੇ ਹੋ ਤੇ ਲੱਗਦਾ ਹੈ ਕਿ ਇਹਨਾਂ ਨੂੰ ਕੰਪੀਟ ਕਰ ਪਾਓਗੇ? ਮੈਨੂੰ ਇਸ ਵੇਲੇ ਤਾਂ ਸਮਝ ਨਹੀਂ ਆ ਰਹੀ ਕਿ ਕੰਪੀਟੀਸ਼ਨ ਉਹਨਾਂ ਦੋਨਾਂ ਦੇ ਵਿੱਚ ਕਿਹਦਾ ਅੱਗੇ ਚੱਲਦਾ। ਮੇਰੇ ਕੋਲ ਇਸ ਸਵਾਲ ਦਾ ਜਵਾਬ ਨਹੀਂ ਹੈ। ਮੇਰੀ ਇਲੈਕਸ਼ਨ ਲੋਕ ਲੜਦੇ ਨੇ, ਮੇਰੀ ਇਲੈਕਸ਼ਨ ਨਕੋਦਰ ਸ਼ਹਿਰ ਲੜਦਾ, ਪਿੰਡ ਲੜਦੇ ਨੇ। ਉਹਨਾਂ ਦੀ ਕੌਣ ਲੜਦਾ, ਕਿਹੜਾ ਤੀਜੇ ਨੰਬਰ ਤੇ ਆਊਗਾ, ਕਿਹੜਾ ਦੂਸਰੇ ਤੇ ਆਊਗਾ, ਮੇਰੇ ਕੋਲ ਟਾਈਮ ਹੀ ਨਹੀਂ ਹੈ ਇਹ ਜਾਣਨ ਤੁਸੀਂ ਪਹਿਲੇ ਨੰਬਰ ਤੇ ਆਉਂਗੇ? ਬਿਲਕੁਲ ਪਹਿਲੇ ਤੇ ਆਵਾਂਗੇ ਜੀ। ਨੰਬਰ ਹੀ ਪਹਿਲਾ ਹੈ। ਬਹੁਤ ਧੰਨਵਾਦ ਇੰਦਰਜੀਤ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਥੈਂਕ ਯੂ ਜੀ, ਥੈਂਕ ਯੂ ਮੈਮ। ਤੇ ਇਹ ਸੀ ਆਮ ਆਦਮੀ ਪਾਰਟੀ ਦੇ ਨਕੋਦਰ ਤੋਂ ਉਮੀਦਵਾਰ ਇੰਦਰਜੀਤ ਕੌਰ ਮਾਨ, ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੀ ਫਸਟ ਪ੍ਰਾਇੋਰਟੀ ਇਸ ਹਲਕੇ ਨੂੰ ਲੈ ਕੇ ਕੀ ਹੋਵੇਗੀ। ਲੋਕਾਂ ਦੀਆਂ ਜੋ ਸਿਹਤ ਨੂੰ ਲੈ ਕੇ ਤਕਲੀਫਾਂ ਨੇ ਜਾਂ ਹੋਰ ਪ੍ਰੋਬਲਮਸ ਨੇ ਸ਼ਹਿਰ ਦੀਆਂ, ਉਸ ਨੂੰ ਉਹ ਧਿਆਨ ਦੇ ਵਿੱਚ ਰੱਖਣਗੇ। ਕੈਮਰਾਮੈਨ ਪਵਨ ਕਨੋਜੀਆ ਦੇ ਨਾਲ ਰਜਿੰਦਰ ਕੌਰ, ਦੈਨਿਕ ਸਵੇਰਾ, ਨਕੋਦਰ।